ਵਾਹਿਗੁਰੂ ਸਾਹਿਬ ਜੀ। ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਸਾਧ ਸੰਗਤ ਜੀ, ਸਨਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਾਰ ਵਿਚਾਰ ਕੀਤੀ ਕਿ ਬਿਨਾਂ ਕਰਮਾਂ ਤੋਂ ਬੰਦੇ ਨੂੰ ਕੁਝ ਵੀ ਨਹੀਂ ਮਿਲਦਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਜੀ ਮੈਨੂੰ ਇਹ ਕਰਮਾਂ ਦਾ ਸਿਧਾਂਤ ਜਰਾ ਇਸ ਤਰ੍ਹਾਂ ਇਹਨੂੰ ਹੋਰ ਵਿਸਥਾਰ ਦੇ ਨਾਲ ਸਮਝਾ ਦਿਓ, ਕਿਰਪਾ ਕਰੋ ਜੀ। ਮਹਾਰਾਜ ਕਹਿਣ ਲੱਗੇ, ਇੱਕ ਲੱਕੜਹਾਰਾ ਸੀ ਜੋ ਅੱਤ ਦਾ ਗਰੀਬ ਸੀ। ਆਪਣੀ ਇਸਤਰੀ ਤੇ ਪੁੱਤਰ ਸਮੇਤ ਰਹਿੰਦਾ ਹੋਇਆ ਲੱਕੜਾਂ ਵੇਚ ਕੇ ਗੁਜ਼ਾਰਾ ਕਰਦਾ ਸੀ। ਇੱਕ ਦਿਨ ਉਹਨੇ ਕਿਸੇ ਸ਼ਿਵ ਜੀ ਦੇ ਉਪਾਸ਼ਕ ਤੋਂ ਸੁਣਿਆ। ਸਨਾਤਨ ਧਰਮ ਦੀ ਗਾਥਾ ਹੈ ਜੀ। ਜੇਕਰ ਸ਼ਿਵ ਜੀ ਦੀ ਉਪਾਸਨਾ ਕੀਤੀ ਜਾਵੇ ਤਾਂ ਇਹ ਭੋਲੇਨਾਥ ਜੀ, ਨੀਲਕੰਠ ਜੀ ਬਹੁਤ ਜਲਦੀ ਖੁਸ਼ ਹੁੰਦੇ ਆ ਤੇ ਸ਼ਿਵ ਜੀ ਬੜੀ ਛੇਤੀ ਵਰ ਵੀ ਦਿੰਦੇ ਆ, ਤੇ ਜੇ ਪ੍ਰਸੰਨ ਹੋ ਜਾਣ ਤੇ ਇਸ ਤਰ੍ਹਾਂ ਨਾਰਾਜ਼ ਹੋ ਜਾਣ ਸਰਾਪ ਵੀ ਦੇ ਦਿੰਦੇ ਆ ਕਿ ਜੇ ਸ਼ਿਵ ਜੀ ਦੀ ਪੂਜਾ ਕਰਾਂ ਮੈਂ ਵੀ ਗਰੀਬੀ ਖਤਮ ਹੋ ਸਕਦੀ ਹੈ। ਇਹ ਕਾਮਨਾ ਮਨ ਦੇ ਵਿੱਚ ਕੀਤੀ ਆ ਜੀ। ਪਰਿਵਾਰ ਦੇ ਤਿੰਨੇ ਜੀ ਜੰਗਲ ਵਿੱਚ ਬੈਠ ਗਏ ਆ, ਲੱਗ ਗਏ ਸ਼ਿਵ ਜੀ ਦੀ ਪੂਜਾ ਕਰਨ। ਕੁਝ ਸਮਾਂ ਬੀਤਿਆ, ਉਹਨਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਉਹ ਸਨਾਤਨ ਧਰਮ ਵਿੱਚ ਜਿਨ੍ਹਾਂ ਨੂੰ ਭਗਵਾਨ ਕਿਹਾ ਜਾਂਦਾ ਹੈ, ਇਹ ਵੱਡੇ ਦੇਵਤੇ ਮੰਨੇ ਗਏ ਆ ਜੀ। ਤੇ ਉਹ ਫਿਰ ਪ੍ਰਗਟ ਹੋ ਗਏ ਸ਼ਿਵ ਜੀ ਭਗਵਾਨ। ਸਭ ਤੋਂ ਪਹਿਲਾਂ ਉਹਨਾਂ ਨੇ ਲੱਕੜਹਾਰੇ ਦੀ ਪਤਨੀ ਨੂੰ ਵਰ ਮੰਗਣ ਲਈ ਕਿਹਾ। ਉਹਨੇ ਕਿਹਾ ਕਿ ਹੇ ਪ੍ਰਭੂ ਜੀ, ਚਿਰਾਂ ਦੀ ਗਰੀਬੀ ਨੇ ਮੇਰੀ ਸੁੰਦਰਤਾ ਹੀ ਖਤਮ ਕਰ ਦਿੱਤੀ ਆ, ਕਿਉਂਕਿ ਗਰੀਬੀ ਵਿੱਚ ਕਾਹਦੀ ਸੁੰਦਰਤਾ, ਕਾਹਦਾ ਸੁਹੱਪਣ। ਕਿਰਪਾ ਕਰੋ ਜੀ, ਮੇਰਾ ਸਰੀਰ ਨੌਜਵਾਨ ਤੇ ਸੁੰਦਰ ਬਣਾ ਦਿਓ। ਉਹਦੀ ਬੇਨਤੀ ਮੰਨ ਕੇ ਸ਼ਿਵ ਜੀ ਨੇ ਤਥਾਸਤੂ ਆਖਿਆ। ਉਸ ਸਮੇਂ ਉਹਦਾ ਸਰੀਰ ਅਤ ਸੁੰਦਰ ਇੱਕ ਕੁਵਾਰੀ ਕੰਨਿਆ ਵਰਗਾ ਹੋ ਗਿਆ। ਇੰਨੇ ਨੂੰ ਇੱਕ ਰਾਜਾ ਸ਼ਿਕਾਰ ਖੇਡਦਾ ਆਇਆ ਤੇ ਉਹਨੇ ਜੰਗਲ ਵਿੱਚ ਸੁੰਦਰ ਇਸਤਰੀ ਦੇਖੀ ਹੈ। ਜੇ ਆਪਾਂ ਕਰਮਾਂ ਦੀ ਗੱਲ ਕਰੀਏ ਤੇ ਉਹਨੂੰ ਵੇਖ ਕੇ ਉਹਦਾ ਮਨ ਲੁਭਾਏਮਾਨ ਹੋ ਗਿਆ। ਬਾਸ਼ਨਾ ਦੇ ਵਿੱਚ ਅੰਨਾ ਹੋਇਆ ਰਾਜਾ ਕਹਿਣ ਲੱਗਾ, ਇਹਨੂੰ ਤਾਂ ਮੈਂ ਆਪਣੀ ਰਾਣੀ ਬਣਾਵਾਂਗਾ। ਜ਼ਬਰਦਸਤੀ ਕੀਤੀ ਆ। ਇਸਤਰੀ ਨੂੰ ਜਬਰੀ ਚੁੱਕ ਕੇ ਆਪਣੇ ਘੋੜੇ ਦੀ ਪਿੱਠ ਤੇ ਬਿਠਾ ਲਿਆ, ਆਪਣੇ ਮਹਿਲਾਂ ਵੱਲ ਚੱਲ ਪਿਆ। ਇਹ ਵੇਖ ਕੇ ਉਹਦੇ ਪਤੀ ਨੂੰ ਬੜਾ ਕ੍ਰੋਧ ਆਇਆ, ਪਰ ਰਾਜਾ ਸੀਗਾ। ਰਾਜੇ ਦੇ ਅੱਗੇ ਇੱਕ ਗਰੀਬ ਬੰਦੇ ਦਾ ਕੀ ਜ਼ੋਰ ਚੱਲ ਸਕਦਾ ਜੀ। ਇਸ ਕਰਕੇ ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜਿਹਦੇ ਹੱਥ ਵਿੱਚ ਜ਼ੋਰ ਹੁੰਦਾ ਉਹ ਅਜਮਾਉਂਦਾ ਹੀ ਆ। ਇੰਨੇ ਸਮੇਂ ਨੂੰ ਭਗਵਾਨ ਸ਼ਿਵ ਜੀ ਨੇ ਲੱਕੜਹਾਰੇ ਨੂੰ ਫਿਰ ਦਰਸ਼ਨ ਦਿੱਤੇ ਤੇ ਵਰ ਮੰਗਣ ਵਾਸਤੇ ਆਖ ਦਿੱਤਾ ਵੀ ਮੰਗੋ ਕੋਈ ਵਰ। ਇਸਤਰੀ ਦੇ ਦੁੱਖ ਤੋਂ ਬਹੁਤ ਲੱਕੜਹਾਰਾ ਦੁਖੀ ਸੀ। ਉਹਨੇ ਫਿਰ ਆਤੁਰ ਹੋ ਕੇ ਦੁਖੀ ਹੋ ਕੇ ਸ਼ਿਵ ਜੀ ਭਗਵਾਨ ਅੱਗੇ ਬੇਨਤੀ ਕੀਤੀ, ਪ੍ਰਭੂ ਜੀ ਜੇ ਆਪ ਤੁੱਠੇ ਹੋ ਨਾ ਮੇਰੀ ਭਗਤੀ ਤੇ, ਮੇਰੀ ਇਸਤਰੀ ਨੂੰ ਕਿਰਪਾ ਕਰਕੇ ਸੂਰੀ ਬਣਾ ਦਿਓ ਤਾਂ ਕਿ ਰਾਜਾ ਉਹਨੂੰ ਆਪਣੀ ਪਤਨੀ ਨਾ ਬਣਾ ਸਕੇ। ਸ਼ਿਵ ਜੀ ਭਗਵਾਨ ਨੇ ਆਖਿਆ ਵੀ ਤੁਸੀਂ ਸੋਚ ਲਓ, ਇਹ ਗੱਲ ਠੀਕ ਆ। ਉਹ ਕਹਿੰਦੇ ਨਹੀਂ, ਮੈਨੂੰ ਇਹ ਮਨਜ਼ੂਰ ਆ। ਤਥਾਸਤੂ ਕਹਿੰਦਿਆਂ ਹੀ ਤੇ ਉਹ ਘੋੜੇ ਤੇ ਬੈਠੀ ਉਹਦੀ ਪਤਨੀ ਸੂਰੀ ਬਣ ਗਈ। ਤੇ ਬਾਅਦ ਵਿੱਚ ਉਸ ਤਰ੍ਹਾਂ ਹੀ ਸੂਰ ਜਿੱਦਾਂ ਆਵਾਜ਼ਾਂ ਕੱਢਦੇ ਆ, ਘੁਰ ਘੁਰ ਕਰਨ ਲੱਗੀ ਆ ਜੀ। ਇਹਨੂੰ ਵੇਖ ਕੇ ਰਾਜਾ ਘਬਰਾ ਗਿਆ ਵੀ ਇਹ ਤਾਂ ਕੋਈ ਬਲਾ ਵਾ ਜਿਹਨੂੰ ਮੈਂ ਜੰਗਲ ਵਿੱਚੋਂ ਚੁੱਕ ਕੇ ਲਿਆਇਆ। ਸੋਚਦਿਆਂ ਉਹਨੂੰ ਘੋੜੇ ਤੋਂ ਹੇਠਾਂ ਸੁੱਟਤਾ, ਆਪ ਉੱਥੋਂ ਚਲਾ ਗਿਆ, ਘਬਰਾ ਗਿਆ। ਸੂਰੀ ਬਣੀ ਹੋਈ ਔਰਤ ਆਪਣੇ ਪੁੱਤਰ ਕੋਲ ਆਈ ਆ। ਉਹਦੀ ਹਾਲਤ ਵੇਖ ਕੇ ਪੁੱਤਰ ਨੂੰ ਬੜਾ ਦੁੱਖ ਹੋਇਆ ਕਿ ਮੇਰੀ ਮਾਂ ਦੀ ਕੀ ਹਾਲਤ ਹੋ ਗਈ ਆ। ਪੁੱਤਰ ਇਹ ਸੋਚ ਰਿਹਾ। ਸ਼ਿਵ ਜੀ ਨੇ ਪ੍ਰਗਟ ਹੋ ਕੇ ਉਹਨੂੰ ਵੀ ਕਿਹਾ, ਦੇਖ ਭਾਈ, ਪਹਿਲਾਂ ਮੈਂ ਤੇਰੀ ਮਾਂ ਤੋਂ ਹੀ ਉਹਨੂੰ ਵਰ ਮੰਗਣ ਲਈ ਆਖਿਆ ਸੀ ਪ੍ਰਸੰਨ ਹੋ ਕੇ, ਫਿਰ ਤੇਰੇ ਪਿਤਾ ਜੀ ਤੋਂ, ਹੁਣ ਤੂੰ ਦੱਸ ਵੀ ਕੀ ਚਾਹੁੰਦਾ। ਉਹਨੇ ਕਿਹਾ ਵੀ ਆਪ ਜੀ ਕਿਰਪਾ ਕਰਕੇ ਮੇਰੀ ਮਾਂ ਨੂੰ ਪਹਿਲੇ ਸਰੂਪ ਵਰਗਾ ਬਣਾ ਦਿਓ, ਜਿਉਂ ਦਾ ਤਿਉਂ। ਭਗਵਾਨ ਨੇ ਫਿਰ ਉਦੋਂ ਸ਼ਿਵ ਨੇ ਖੁਸ਼ ਹੋ ਕੇ ਨਾ ਤਥਾ ਅਸਤੂ ਕਹਿੰਦਿਆਂ ਹੀ ਇਸਤਰੀ ਜਿਉਂ ਦੀ ਤਿਉਂ ਹੋ ਗਈ, ਆਪਣੇ ਅਸਲੀ ਰੂਪ ਵਿੱਚ ਆ ਗਈ। ਦੇਖੋ, ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਭਾਈ ਇਹ ਹੈ ਤਾਂ ਸਨਾਤਨ ਧਰਮ ਦੀ ਗਾਥਾ ਭਾਈ ਮਰਦਾਨਾ ਜੀ, ਪਰ ਸ਼ਿਵ ਜੀ ਦੇ ਪਾਸੋਂ ਤਿੰਨਾਂ ਨੇ ਵਰ ਵੀ ਮੰਗ ਲਏ, ਮਿਲਿਆ ਕੀ? ਕੁਝ ਵੀ ਨਹੀਂ। ਜੈਸਾ ਕਿ ਗੁਰਬਾਣੀ ਦਾ ਫਰਮਾਨ ਆ, ਸੰਪੈ ਕੋ ਈਸਰ ਧਿਆਈਐ
ਸੰਪੈ ਪੁਰਬ ਲਿਖੇ ਕੀ ਪਾਈਐ। ਕਹਿਣ ਦਾ ਭਾਵ ਤਾਂ ਇਹ ਆ ਨਾ ਵੀ ਜਿਸ ਵਿਭੂਤੀ ਵਾਸਤੇ ਪ੍ਰਭੂ ਜੀ ਨੂੰ ਬੰਦਾ ਧਿਆਉਂਦਾ ਕਈ ਵਾਰ ਵੀ ਉਹ ਵਿਭੂਤੀ ਪੂਰਵਲੇ ਕਰਮਾਂ ਅਨੁਸਾਰ ਹੀ ਪ੍ਰਾਪਤ ਹੁੰਦੀ ਆ। ਨਿਜ ਕਰਮਣ ਜੇ ਧਨ ਨਾਹੀਂ, ਕੋਟ ਯਤਨ ਤੇ ਪਾਵਤ ਨਾਹੀਂ। ਇਸ ਕਰਕੇ ਕਰਤ ਸਾਧਨਾ ਸੰਭੂ ਮਨਾਏ, ਬਿਨ ਕਰਮਾ ਧਨ ਹਾਥ ਨਾ ਆਏ। ਇਹ ਕਵੀ ਹੋਏ ਆ ਅੰਬਾ ਲਵੀ ਜੀ, ਉਹਨਾਂ ਨੇ ਬਹੁਤ ਸੁੰਦਰ ਇਹ ਫਰਮਾਨ ਕੀਤਾ ਤੇ ਬਾਣੀ ਵਿੱਚ ਵੀ ਜ਼ਿਕਰ ਆਉਂਦਾ ਜੀ, ਸੰਪੈ ਕੋ ਈਸਰ ਧਿਆਈਐ। ਦੇਖੋ ਜੀ ਬੰਦਾ ਕਿੰਨਾ ਕੁਝ ਕਰਦਾ ਹੈ, ਧਨ ਦੌਲਤ ਵਾਸਤੇ ਬੰਦਾ ਰੱਬ ਨੂੰ ਚੇਤੇ ਕਰਦਾ ਜਾਂ ਦੇਵੀ ਦੇਵਤਿਆਂ ਦੀ ਉਪਾਸਨਾ ਕਰਦਾ। ਬਾਬਾ ਨਾਨਕ ਜੀ ਕਹਿੰਦੇ, ਭਾਈ ਮਰਦਾਨਾ ਜੀ, ਸੰਪੈ ਹੁੰਦਾ ਧਨ, ਪੈਸੇ ਦੀ ਖਾਤਰ ਲੋਕ ਸੁੱਖਣਾ ਸੁੱਖਦੇ ਆ, ਅੱਜ ਬਖੇੜਾ ਸੰਪੈ ਪੁਰਬ ਲਿਖੇ ਕੀ ਪਾਈਐ। ਪਰ ਹੁਣ ਤੱਕ ਦੀ ਕੀਤੀ ਮਿਹਨਤ ਦੇ ਲਿਖੇ ਅਨੁਸਾਰ ਪੈਸਾ ਮਿਲਦਾ। ਸੰਪੈ ਕਾਰਨ ਚਾਕਰ ਚੋਰ, ਪੈਸੇ ਦੀ ਖਾਤਰ ਬੰਦਾ ਦੂਜਿਆਂ ਦਾ ਨੌਕਰ ਬਣ ਜਾਂਦਾ, ਕਈ ਵਾਰ ਚੋਰੀ ਵੀ ਕਰਦਾ। ਦੇਖੋ ਇਹ ਕਰਮ ਆ ਜੀ। ਸੰਪੈ ਸਾਥ ਨਾ ਚਾਲੇ ਹੋਰ, ਪਰ ਪੈਸਾ ਕਿਸੇ ਨਾਲ ਨਿਭਦਾ ਨਹੀਂ ਜੀ, ਕਿਸੇ ਨਾਲ ਨਹੀਂ ਨਿਭਦਾ। ਮਰਨ ਤੇ ਤਾਂ ਹੋਰਾਂ ਦਾ ਬਣ ਜਾਂਦਾ। ਬਿਨ ਸਾਚੇ ਨਹੀਂ ਦਰਗਹਿ ਮਾਣ, ਸਤਨਾਮ ਦੇ ਬਾਝੋਂ ਬੰਦੇ ਨੂੰ ਰੱਬ ਦੇ ਦਰਬਾਰ ਵਿੱਚ ਇੱਜ਼ਤ ਨਹੀਂ ਜੀ ਮਿਲਦੀ। ਇਸ ਕਰਕੇ ਸਾਨੂੰ ਇਹ ਚੀਜ਼ਾਂ ਵਿੱਚ ਇੰਨਾ ਖਚਤ ਨਹੀਂ ਹੋਣਾ ਚਾਹੀਦਾ। ਸੁਆਮੀ ਦੇ ਭੇਦ ਨੂੰ ਕੋਈ ਨਹੀਂ ਜਾਣਦਾ। ਇਸ ਕਰਕੇ ਉਹ ਸਾਰਾ ਪਰਿਵਾਰ ਹੀ ਸ਼ਿਵ ਜੀ ਦੀ ਪੂਜਾ ਭਗਵਾਨ ਦੀ ਕਰ ਰਿਹਾ ਵੀ ਗਰੀਬੀ ਕੱਟੀ ਜਾਵੇ। ਜਿੰਨਾ ਸਮਾਂ ਕਰਮਾਂ 'ਚ ਹੈ ਨਾ, ਗਰੀਬੀ ਜਿਹੜੀ ਆ ਹੋਣੀ ਆ, ਉਹ ਹੋ ਕੇ ਹੀ ਰਹਿਣੀ ਆ। ਜਦੋਂ ਕੱਟੀ ਜਾਣੀ ਆ, ਵਾਹਿਗੁਰੂ ਨੇ ਕਿਰਪਾ ਕਰਤੀ। ਇਸ ਕਰਕੇ ਵਿਣ ਕਰਮਾ ਕਿਛ ਪਾਈਐ ਨਹੀਂ, ਕਿਆ ਕਰ ਕਹਿਆ ਜਾਏ। ਜੇ ਬਹੁਤ ਤੇਰਾ ਲੋਚੀਐ, ਬਿਨ ਕਰਮਾ ਪਾਇਆ ਨਾ ਜਾਏ। ਜੇ ਕੋਈ ਬਾਹਲਾ ਹੀ ਕਹਿ ਦੇਵੇ ਵੀ ਮੈਂ ਤਾਂ ਧੱਕੇ ਨਾਲ ਜ਼ੋਰ ਦੇ ਨਾਲ ਹੀ ਇਹ ਕਰ ਲੂੰਗਾ, ਜੇ ਬਹੁਤ ਤੇਰਾ ਲੋਚੀ ਹੈ ਬਿਨ ਕਰਮਾ ਪਾਇਆ ਨਾ ਜਾਏ, ਇਹ ਕਿਵੇਂ ਮਿਲ ਜੂਗੀ ਜੀ। ਬਹੁਤੀ ਇੱਛਾ ਵੀ ਕਰੀਏ, ਤਾਂਗ ਵੀ ਕਰੀਏ, ਮਿਹਰ ਤੋਂ ਬਿਨਾ ਦਾਤ ਮਿਲ ਹੀ ਨਹੀਂ ਸਕਦੀ। ਭਾਵੇਂ ਉਹ ਰੱਬੀ ਦਾਤ ਆ ਤੇ ਭਾਵੇਂ ਦੁਨੀਆ ਦੀ ਧਨ ਦੌਲਤ ਆ। ਬਿਨ ਕਰਮਾ ਕਿਛ ਪਾਈਐ ਨਾਹੀਂ, ਜੇ ਬਹੁਤ ਤੇਰਾ ਧਾਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਨਾ, ਤੇ ਭਾਈ ਮਰਦਾਨਾ ਜੀ ਨੂੰ ਇਹ ਕਥਾ ਜਦੋਂ ਸੁਣਾਈ, ਉਹਨਾਂ ਦੇ ਹੱਥ ਜੁੜ ਗਏ। ਕਹਿਣ ਲੱਗੇ, ਬਾਬਾ ਵਾਕਈ ਇਹ ਤਾਂ ਸੱਚ ਆ, ਬਿਨਾਂ ਕਰਮਾਂ ਤੋਂ ਬੰਦੇ ਨੂੰ ਕੁਝ ਨਹੀਂ ਮਿਲਦਾ। ਪਰ ਆਪ ਜੀ ਨੇ ਮੇਰੇ ਨਿਮਾਣੇ ਤੇ, ਮੇਰੇ ਨਿਤਾਣੇ ਤੇ ਇੰਨੀ ਕਿਰਪਾ ਕੀਤੀ ਮੇਰੇ ਤੇ ਕਿ ਮੈਨੂੰ ਰਾਗਾਂ ਦੀ ਜਾਂਚ ਸਿਖਾ ਦਿੱਤੀ, ਮੇਰੇ ਤੇ ਮਿਹਰਾਂ ਕੀਤੀਆਂ, ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਨੂੰ ਮਾਂ ਕਹਿੰਦੀ ਹੁੰਦੀ ਸੀ ਮਰ ਜਾਣਾ, ਕਿਉਂਕਿ ਮੇਰੇ ਤੋਂ ਪਹਿਲਾਂ ਜਿਹੜੇ ਘਰ ਵਿੱਚ ਬੱਚੇ ਪੈਦਾ ਹੋਏ ਸਾਰੇ ਹੀ ਮਰ ਗਏ, ਤੇ ਮਰ ਜਾਣਾ ਕਹਿੰਦੀ ਹੁੰਦੀ ਸੀ ਵੀ ਇਹਨੇ ਵੀ ਮਰ ਜਾਣਾ। ਪਰ ਤੁਸੀਂ ਮਹਾਰਾਜ ਮੈਨੂੰ ਅਮਰ ਕਰ ਦਿੱਤਾ, ਨਾਮ ਮੇਰਾ ਮਰ ਜਾਣੇ ਤੋਂ ਮਰਦਾਨਾ ਰੱਖ ਦਿੱਤਾ। ਬੜੀ ਕਿਰਪਾ ਹੋ ਗਈ ਮਹਾਰਾਜ। ਜੇ ਆਪ ਜੀ ਵਰਗੇ ਗੁਰੂ ਦੀ ਸੰਗਤ ਹੋ ਜਾਵੇ, ਕਰਮ ਜਿਹੜੇ ਹੁੰਦੇ ਆ ਉਹ ਕੱਟੇ ਜਾਂਦੇ ਆ। ਉਹਨਾਂ ਨੂੰ ਕਈ ਜੂਨਾਂ ਭੋਗਣੀਆਂ ਹੋਣਗੀਆਂ ਬੰਦੇ ਨੇ, ਇਸੇ ਜਨਮ 'ਚ ਹੀ ਲੇਖਾ ਆਪ ਜੀ ਮੁਕਾ ਸਕਦੇ ਹੋ, ਮੈਂ ਜਾਣਦਾ। ਮਹਾਰਾਜ ਕਹਿਣ ਲੱਗੇ, ਦੇਖੋ ਜੀ ਇਹ ਤਾਂ ਅਕਾਲ ਪੁਰਖ ਕਰਨ ਵਾਲਾ ਹੈ, ਅਸੀਂ ਕੌਣ ਹੁੰਨੇ ਆ। ਕਹੋ ਨਾਨਕ ਕਰਤੇ ਕੀਆ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹੇ ਆ। ਇਹ ਤਾਂ ਉਹਦੀਆਂ ਬਾਤਾਂ ਨੇ ਜੀ, ਉਹਨੇ ਜੋ ਕਰਨਾ ਹੋ ਕੇ ਹੀ ਰਹਿਣਾ। ਅਸੀਂ ਕੌਣ ਹੁੰਨੇ। ਦੇਖੋ ਗੁਰੂ ਨਾਨਕ ਸਾਹਿਬ ਦੇ ਵਿੱਚ ਇੰਨੀ ਨਿਮਰਤਾ, ਤੇ ਅਸੀਂ ਥੋੜਾ ਜਿਹਾ ਕੁਝ ਕਾਰਜ ਕਰ ਲਈਏ, ਆਪਣਾ ਨਾਂ ਕਰਵਾਉਣਾ ਚਾਹੁੰਦੇ ਆ। ਕਿੱਡੀ ਵੱਡੀ ਭੌਲਾ ਜੀ ਇਹੀ ਸਾਡੀ ਵੱਡੀ ਭੌਲਾ ਵੀ ਸਾਡੇ ਵਿੱਚ ਹਉਮੈ ਹੈ। ਕਰਮਾਂ ਦੇ ਸਿਧਾਂਤਾਂ ਨੂੰ ਅਸੀਂ ਸਮਝਦੇ ਨਹੀਂ। ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਜਿਹੜਾ ਕੰਮ ਮੈਂ ਕਰਦਾ ਨਾ ਉਹਦਾ ਫਲ ਮੈਂ ਪਾ ਲੈਣਾ, ਇਹਦਾ ਦੂਜਿਆਂ ਤੇ ਕਦੇ ਦੋਸ਼ ਨਾ ਲਾਓ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਭਾਈ ਕਦੇ ਕਿਸੇ ਨੂੰ ਹੋਰ ਦੋਸ਼ ਨਹੀਂ ਦੇਣਾ ਚਾਹੀਦਾ। ਦੋਸ਼ ਤਾਂ ਪਿਛਲੇ ਕੀਤੇ ਸੰਸਾਰਾਂ ਦਾ। ਕਈ ਕਹਿੰਦੇ ਆ ਵੀ ਪਿਛਲੇ ਜਨਮਾਂ ਦੀ ਸਜ਼ਾ ਇਸ ਜਨਮ ਵਿੱਚ ਕਿਉਂ ਮਿਲਦੀ ਆ, ਕਿਉਂਕਿ ਉਦੋਂ ਮੌਤ ਹੋ ਜਾਂਦੀ ਬੰਦੇ ਦੀ। ਬੀਜ ਬੀਜਿਆ ਹੁੰਦਾ ਵਾ, ਹਜੇ ਉਹਨੂੰ ਫਲ ਲੱਗਣਾ ਹੁੰਦਾ, ਖਾਣਾ ਹੁੰਦਾ, ਸਮਾਂ ਤਾਂ ਲੱਗਦਾ ਹੀ ਹੈ ਨਾ। ਫਿਰ ਉਹ ਜਦੋਂ ਅੱਗੇ ਚਲੀ ਜਾਂਦੀ ਆ ਰੂਹ, ਚੋਲਾ ਉਸ ਹਿਸਾਬ ਨਾਲ ਮਿਲ ਜਾਂਦਾ ਸਰੀਰ ਦਾ, ਫਿਰ ਉਹਦੇ ਵਿੱਚ ਭੋਗਣਾ ਪੈਂਦਾ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਕੁਝ ਮੈਂ ਕੀਤਾ ਸੀ ਉਹਦਾ ਫਲ ਮੈਂ ਪਾ ਲਿਆ। ਹੁਣ ਮੈਂ ਕਿਸੇ ਹੋਰ ਪੁਰਸ਼ ਦੇ ਦੂਸ਼ਣਬਾਜ਼ੀ ਨਹੀਂ ਲਾਉਂਦਾ।
ਇਹ ਬਾਬਾ ਨਾਨਕ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਾਇਆ। ਇਹ ਭਾਈ ਕਰਮਾਂ ਦੇ ਸਿਧਾਂਤ ਆ, ਹੋ ਕੇ ਰਹਿੰਦੇ ਆ। ਸਾਨੂੰ ਇਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ। ਲੱਕੜਹਾਰੇ ਨੇ ਵੇਖੋ ਕਿੰਨੀ ਉਪਾਸਨਾ ਕੀਤੀ। ਦੇਖੋ ਜਿਹੜੇ ਦੇਵੀ ਦੇਵਤੇ ਹੁੰਦੇ ਆ ਨਾ, ਬੰਦੇ ਨੂੰ ਬਹੁਤ ਚੀਜ਼ਾਂ ਦੇ ਦਿੰਦੇ, ਪਰ ਜਦੋਂ ਆਪਾਂ ਮੁਕਤੀ ਦੀ ਗੱਲ ਕਰਦੇ ਆ, ਜਨਮ ਮਰਨ ਦੇ ਬੰਧਨਾਂ ਦੀ ਗੱਲ ਕਰਦੇ ਆ, ਉਦੋਂ ਫਿਰ ਇਹ ਤਾਂ ਭਾਈ ਅਕਾਲ ਪੁਰਖ ਜਾਂ ਪੂਰਨ ਅਵਤਾਰ ਹੀ ਦੇ ਸਕਦੇ ਆ। ਦੇਵੀ ਦੇਵਤੇ ਹੋਰ ਚੀਜ਼ਾਂ ਤੁਹਾਨੂੰ ਦੇ ਸਕਦੇ ਆ, ਦਾਤਾਂ ਦੇ ਸਕਦੇ ਆ, ਪਰ ਜੇ ਤੁਸੀਂ ਚਾਹੁੰਦੇ ਹੋ ਜਨਮ ਮਰਨ ਤੋਂ ਇਹ ਬੰਧਨਾਂ ਤੋਂ ਖਲਾਸੀ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਿਰ ਬ੍ਰਿਖ ਜੋਇਓ। ਜੇ ਇਹਨਾਂ ਚੀਜ਼ਾਂ ਤੋਂ ਮੁਕਤੀ ਚਾਹੁੰਦੇ ਹੋ ਨਾ, ਤਾਂ ਫਿਰ ਤਾਂ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨੀ ਪਵੇਗੀ, ਅਕਾਲ ਪੁਰਖ ਨੂੰ ਆਰਾਧਨਾ ਪਵੇਗਾ। ਤੇ ਲੱਕੜਹਾਰਾ ਉਹਦੀ ਘਰਵਾਲੀ ਨੇ, ਉਹਨੇ ਆਪ, ਉਹਦੇ ਪੁੱਤਰ ਨੇ ਸ਼ਿਵ ਜੀ ਭਗਵਾਨ ਤੋਂ ਕਿੰਨੇ ਵਰ ਮੰਗੇ, ਉਹ ਗੱਲ ਉੱਥੇ ਦੀ ਉੱਥੇ ਹੀ ਰਹਿ ਗਈ। ਤਾਂ ਇਹ ਬਿਨਾਂ ਕਰਮਾਂ ਤੋਂ ਬੰਦੇ ਨੂੰ ਕੁਝ ਮਿਲਦਾ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ, ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਐ ਬੰਦਿਆ, ਤੇਰੀ ਮੱਤ ਵਿੱਚ ਰਤਨ ਜਵਾਹਰ ਮਾਨਕ ਨੇ। ਜੇ ਤੂੰ ਆਪਣੇ ਗੁਰੂ ਦੀ ਗੱਲ ਸੁਣ ਲਵੇਂ, ਇਹਨਾਂ ਨੂੰ ਕੱਢ ਕੇ ਵਰਤਣਾ ਵੀ ਤੈਨੂੰ ਆ ਜਾਵੇਗਾ। ਤੈਨੂੰ ਇਹ ਜਵਾਹਰਾਤ, ਰਤਨ, ਮਾਨਕ, ਕੀਮਤੀ ਦਾਤਾਂ ਮਿਲ ਜਾਣਗੀਆਂ। ਸਤਿਗੁਰੂ ਮਹਾਰਾਜ ਰਹਿਮਤੀ ਕਰਨ ਸਾਡੇ ਤੇ। ਤਾਂ ਇਹ ਭਾਈ ਕਰਮਾਂ ਦੇ ਸਿਧਾਂਤ ਆ। ਇਹ ਜੋ ਆਪਾਂ ਕਰ ਰਹੇ ਆ ਨਾ, ਇਹ ਵੀ ਇੱਕ ਕਰਮ ਆ। ਜੇ ਆਪਾਂ ਨਹੀਂ ਵੀ ਕੁਝ ਕਰਦੇ, ਨਾ ਕਰਨਾ ਵੀ ਇੱਕ ਕਰਮ ਆ। ਕਰਮਾਂ ਤੋਂ ਬੰਦਾ ਭੱਜ ਨਹੀਂ ਸਕਦਾ। ਤਾਂ ਗੁਰੂ ਮਹਾਰਾਜ ਜੀ ਕਿਰਪਾ ਕਰਨ। ਤੇ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਆਉਣਾ ਹੈ, ਨੀਵੇਂ ਹੋ ਕੇ ਹੀ ਆਉਣਾ ਹੈ। ਤੀਰਥਾਂ ਤੇ ਵੀ ਜਾਣਾ ਹੈ ਨਾ ਜੀ, ਤੇ ਮਨ ਵਿੱਚ ਭਾਵਨਾ ਬਣਾ ਕੇ ਜਾਣਾ। ਇਹ ਨਾ ਹੋਵੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਪਾ ਚੜੀਏ ਸਹੋਰ। ਜਿਵੇਂ ਕਿ ਉਹ ਸੰਤ ਤੁਲਸੀਦਾਸ ਜੀ ਬਨਾਰਸ ਵਿੱਚ ਰਹਿੰਦੇ ਸੀ। ਮਨ ਵਿੱਚ ਵਿਚਾਰ ਆ ਗਿਆ ਵੀ ਜਗਨਨਾਥਪੁਰੀ ਚੱਲੀਏ। ਠਾਕੁਰਾਂ ਦੀਆਂ ਮੂਰਤੀਆਂ ਸਸਤੀਆਂ ਵਿਕਦੀਆਂ ਸੀ ਉੱਥੇ, ਸੋਚ ਕੇ ਖਰੀਦ ਲਈਆਂ ਵੀ ਮਹਿੰਗੇ ਭਾਅ ਜਾ ਕੇ ਵੇਚ ਦੂੰਗਾ। ਤਾਂ ਉਦੋਂ ਫਿਰ ਭਗਵਾਨ ਜੀ ਨੇ ਪੁੱਛਿਆ ਸੀ ਸਾਧੂ ਦਾ ਭੇਖ ਬਣਾ ਕੇ ਘਰੇ ਵੀ ਤੁਲਸੀਦਾਸ ਜੀ ਕਿੱਥੇ ਆ। ਤਾਂ ਉਹ ਕਹਿੰਦੇ ਵੀ ਉਹ ਤਾਂ ਭਗਵਾਨ ਜਗਨਨਾਥ ਜੀ ਦੀ ਯਾਤਰਾ ਕਰਨ ਗਏ ਆ। ਸਾਧੂ ਸਰੂਪ ਰੱਬ ਜੀ ਨੇ ਕਿਹਾ ਵੀ ਯਾਤਰਾ ਕਰਨ ਲਈ ਉਹ ਤਾਂ ਵਪਾਰ ਕਰਨ ਗਏ ਆ, ਸੌਦਾ ਖਰੀਦਣ ਗਏ ਆ। ਇਹ ਕਹਿ ਕੇ ਸਾਧੂ ਅਲੋਪ ਹੋ ਗਿਆ। ਜਦੋਂ ਭਗਤ ਤੁਲਸੀਦਾਸ ਜੀ ਕਾਂਸ਼ੀ ਤੋਂ ਵਾਪਸ ਆਏ, ਪਤਾ ਚੱਲਿਆ ਘਰੇ ਸਾਧੂ ਆਇਆ ਸੀ ਵੀ ਇਹ ਕਹਿ ਕੇ ਗਏ ਆ ਵੀ ਸੌਦਾ ਖਰੀਦਣ ਗਏ ਆ ਉਹ ਤਾਂ ਉੱਥੇ ਥੋੜੀ ਧਾਰਮਿਕ ਯਾਤਰਾ ਤੇ ਥੋੜੀ ਗਏ। ਇਸ ਕਰਕੇ ਤੁਲਸੀਦਾਸ ਜੀ ਨੂੰ ਪਛਤਾਵਾ ਹੋਇਆ ਸੀ। ਇਹ ਚੀਜ਼ਾਂ ਭਾਈ ਇਸ ਤਰ੍ਹਾਂ ਨਹੀਂ ਕਰਨੀਆਂ। ਆਪਣੀ ਗਲਤੀ ਸੁਧਾਰਨ ਲਈ ਫਿਰ ਜਗਨਨਾਥਪੁਰੀ ਗਏ ਆ। ਫਿਰ ਸਾਧੂ ਦਾ ਰੂਪ ਧਾਰ ਕੇ ਰੱਬ ਜੀ ਆਏ, ਪੁੱਛਿਆ ਭਗਤ ਜੀ ਕਿੱਥੇ ਆ। ਘਰ ਵਾਲੇ ਕਹਿੰਦੇ ਜੀ ਉਹ ਜਗਨਨਾਥਪੁਰੀ ਗਏ। ਸੰਤ ਸਰੂਪ ਰੱਬ ਨੇ ਆਖਿਆ ਭਗਤ ਜੀ ਜਗਨਨਾਥ ਦੀ ਯਾਤਰਾ ਕਰਨ ਨਹੀਂ, ਖਰੀਦਿਆ ਸੌਦਾ ਮੂਰਤੀਆਂ ਵਾਪਸ ਕਰਨ ਗਏ। ਜਦੋਂ ਭਗਤ ਜੀ ਸੌਦਾ ਵਾਪਸ ਕਰਕੇ ਆਏ ਆ, ਪੁੱਛਿਆ, ਸਾਰੀ ਗੱਲ ਹੋਈ, ਅਫਸੋਸ ਹੋਇਆ। 2 ਵਾਰੀ ਜਗਨਨਾਥ ਹੋ ਆਇਆ, ਯਾਤਰਾ ਸਫਲ ਨਹੀਂ ਹੋਈ। ਹੁਣ ਤੁਲਸੀਦਾਸ ਜੀ ਸਾਰੀਆਂ ਕਾਮਨਾਵਾਂ ਤੋਂ ਰਹਿਤ ਹੋ ਕੇ ਸੱਚੇ ਦਿਲੋਂ ਗਏ ਆ ਜੀ। ਫਿਰ ਰੱਬ ਜੀ ਆਏ ਸਾਧੂ ਬਣ ਕੇ, ਕਹਿੰਦੇ ਕਿੱਥੇ ਗਏ ਭਗਤ ਜੀ। ਘਰੋਂ ਘਰਦਿਆਂ ਨੇ ਕਿਹਾ ਵੀ ਭਗਤ ਜੀ ਯਾਤਰਾ ਕਰਨ ਗਏ ਆ। ਸੁਣ ਕੇ ਆਖਿਆ ਬਿਲਕੁਲ ਠੀਕ, ਭਗਤ ਜੀ ਤਾਂ ਸੱਚਮੁੱਚ ਹੀ ਹੁਣ ਯਾਤਰਾ ਤੇ ਗਏ ਆ। ਉਹਨਾਂ ਦੀ ਯਾਤਰਾ ਸਫਲ ਹੋ ਗਈ। ਤੀਰਥਾਂ ਦੀ ਯਾਤਰਾ ਤੇ ਇਸ਼ਨਾਨ ਤਦ ਹੀ ਸਫਲ ਆ ਜੇ ਉਹ ਰੱਬ ਨੂੰ ਭਾ ਜਾਣ। ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਏ ਕਰੀ। ਇਸੇ ਤਰ੍ਹਾਂ ਗੁਰੂ ਪਿਆਰਿਓ, ਕਾਮਨਾਵਾਂ ਰੱਖ ਕੇ ਪਦਾਰਥਾਂ ਦੇ ਲਾਲਚ ਦੇ ਵਸੀਕਰਨ ਹੋ ਕੇ ਤੀਰਥਾਂ ਤੇ ਜਾਣ ਦਾ ਕੋਈ ਲਾਭ ਨਹੀਂ ਹੈ। ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ ਵਿੱਚ ਵਸ ਜਾਵੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਅਸੀਂ ਵੀ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ। ਤਾਂ ਇਹ ਭਾਈ ਗੁਰੂ ਨਾਨਕ ਸਾਹਿਬ ਜੀ ਨੇ ਕਰਮਾਂ ਦੇ ਸਿਧਾਂਤ ਤੇ ਤੀਰਥਾਂ ਤੇ ਕਿੱਦਾਂ ਜਾਣਾ, ਗੁਰੂ ਤੋਂ ਦਾਤ ਕਿਵੇਂ ਲੈਣੀ ਆ, ਭਾਵਨਾ ਠੀਕ ਹੋਣੀ ਚਾਹੀਦੀ ਆ। ਭਾਵਨਾ ਠੀਕ, ਸੇਵਾ ਕੀਤੀ ਵੀ ਪ੍ਰਵਾਨ, ਦਾਨ ਕੀਤਾ ਵੀ ਪ੍ਰਵਾਨ, ਕਰਮ ਕੀਤੇ ਵੀ ਪ੍ਰਵਾਨ। ਭਾਵਨਾ ਠੀਕ ਨਹੀਂ, ਕੁਝ ਵੀ ਠੀਕ ਨਹੀਂ ਹੋਵੇਗਾ। ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ। ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ। ਸੋ ਸਿੱਖਿਆ ਬੜੀ ਵੱਡੀ ਮਿਲ ਗਈ ਆ ਜੀ। ਕਰਮ ਜਿਹੜੇ ਆ ਬੰਦੇ ਦੇ
ਕੀਤਾ ਹੋਇਆ ਜਿਹੜਾ ਆਪਣਾ ਕਰਮਾ ਬੰਦੇ ਦੇ ਨਾਲ ਹੀ ਰਹਿੰਦਾ। ਬੰਦਾ ਇਹਨਾਂ ਤੋਂ ਭੱਜ ਨਹੀਂ ਸਕਦਾ, ਚਾਹੇ ਘਰ-ਬਾਰ ਛੱਡ ਜੇ, ਦੇਸ਼ ਛੱਡ ਕੇ ਪ੍ਰਦੇਸ਼ ਚਲਿਆ ਜਾਵੇ। ਗੁਰੂ ਮਹਾਰਾਜ ਕਿਰਪਾ ਕਰਨ। ਸਾਰੀਆਂ ਸੰਗਤਾਂ ਭਾਈ ਸਿੱਖੀ ਦੀ ਦਾਤ ਮਹਾਰਾਜ ਅੱਗੇ ਬੇਨਤੀ ਕਰੋ ਵੀ ਸਾਨੂੰ ਸਿੱਖੀ ਸਬਰ ਦੀ ਦੌਲਤ ਬਖਸ਼ੋ ਜੀ। ਆਓ ਹੁਣ ਭਾਈ ਗੁਰਬਾਣੀ ਦੇ ਇਹਨਾਂ ਅੱਖਰਾਂ ਨੂੰ, ਇਹ ਕਥਾ ਨੂੰ ਆਪਣੇ ਦਿਲ 'ਚ ਵਸਾ ਲਈਏ। ਗੁਰਮੁਖ ਰੋਮ ਰੋਮ ਹਰਿ ਧਿਆਵੇ। ਇੱਕ ਅੱਖਰ ਵੀ ਸਾਡੇ ਅੰਦਰ ਵਸ ਗਿਆ, ਸਾਡੀ ਜ਼ਿੰਦਗੀ ਬਦਲ ਜਾਵੇਗੀ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।